1000 लोग कांग्रेस पार्टी का बर्दाश्त करेगी तो कांग्रेस में कोई बंदा काम करने को तैयार नहीं होगा। बीजेपी अच्छा चलो मैं चले जाने अभी जे ये गल सुननी चले जाने भाजी है कि व्हाट इज दिस मैन कार्य किस चीज को ਕੜਾਕੇ ਦੀ ਠੰਡ ਵਿੱਚ ਵੀ ਗਰਮੀ ਵਾਲਾ ਮਾਹੌਲ। ਮੌਕਾ ਸੀ ਬਟਾਲਾ ਦੀਆਂ ਨਗਰ ਨਿਗਮ ਚੋਣਾਂ ਵਿੱਚ ਕਾਂਗਰਸੀ ਵਰਕਰਾਂ ਤੇ ਉੱਚ ਨੇਤਾਵਾਂ ਵਿਚਕਾਰ ਮੀਟਿੰਗ ਦਾ, ਜਿੱਥੇ ਮੁੱਖ ਮਹਿਮਾਨ ਦੇ ਸਾਹਮਣੇ ਹੀ ਕਾਂਗਰਸ ਦੇ ਦੋ ਧੜੇ ਆਪਸ ਵਿੱਚ ਭਿੜ ਗਏ, ਜਿੱਥੇ ਜੰਮ ਕੇ ਲੜਾਈ, ਗਾਲੀ ਗਲੋਚ ਤੇ ਜੰਮ ਕੇ ਹੀ ਨਾਅਰੇਬਾਜ਼ੀ ਹੋਈ। ਬਟਾਲਾ ਵਿੱਚ ਦੋ ਕਾਂਗਰਸ ਦੇ ਉੱਚ ਲੀਡਰਾਂ ਦੇ ਪਿਛਲੇ 3 ਸਾਲਾਂ ਤੋਂ ਚੱਲੇ ਆ ਰਹੀ ਕੜਵਾਹਟ, ਗੁੱਟਬਾਜ਼ੀ ਇੱਕ ਵਾਰੀ ਫਿਰ ਉਸ ਸਮੇਂ ਜਗ ਜ਼ਾਹਰ ਹੋ ਗਈ ਜਦੋਂ ਕਾਂਗਰਸ ਦੁਆਰਾ ਬਟਾਲਾ ਵਿੱਚ ਬਣਾਏ ਗਏ ਨਗਰ ਨਿਗਮ ਅਬਜ਼ਰਵਰ ਕੈਬਨਿਟ ਮੰਤਰੀ OP ਸੋਨੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਕਾਂਗਰਸੀ ਵਰਕਰਾਂ ਤੇ ਉਸ ਦੇ ਨਾਲ ਉੱਚ ਨੇਤਾਵਾਂ ਦੇ ਨਾਲ ਪਹਿਲੀ ਚੁਣਾਵੀ ਮੀਟਿੰਗ ਕਰਨ ਪਹੁੰਚੇ ਸਨ, ਤੇ ਜਿੱਥੇ ਕਾਂਗਰਸ ਦੇ ਅਸ਼ਵਨੀ ਸ਼ੇਖੜੀ ਧੜੇ ਦੇ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਧੜੇ ਦੇ ਵਰਕਰਾਂ ਨੇ OP ਸੋਨੀ ਦੇ ਸਾਹਮਣੇ ਇੱਕ ਦੂਜੇ ਦੇ ਖਿਲਾਫ ਨਾਅਰੇਬਾਜ਼ੀ ਅਤੇ ਗਾਲੀ ਗਲੋਚ ਕੀਤਾ। ਵੇਖਦੇ ਹਾਂ ਰੋਹਿਤ ਗੁਪਤਾ ਗੁਰਦਾਸਪੁਰ ਦੀ ਇਹ ਪੂਰੀ ਰਿਪੋਰਟ। ਸਾਨੂੰ ਥੱਲੇ ਨਾ ਡੇਗ ਦਿਓ, ਚੱਲੇ ਆ ਆਜਾ ਤੈਨੂੰ ਵੇਖ ਲੈਨੇ ਆ ਨਹੀਂ ਸਾਨੂੰ ਥੱਲੇ ਨਾ ਡੇਗ ਦਿਓ, ਚੱਲੇ ਆ ਆਜਾ ਤੈਨੂੰ ਵੇਖ ਲੈਨੇ ਆ ਨਹੀਂ
ਸਾਰੇ ਨਾ ਚੱਲ ਜਾਓ ਸਾਰੇ ਹੀ ਥੱਲੇ ਲਾਓ ਜੀ, ਸਾਰੇ ਨੂੰ ਲਾਓ ਥੱਲੇ, ਸਾਰੇ ਲਾਓ ਥੱਲੇ, ਸਾਰੇ ਥੱਲੇ ਭੇਜੋ ਪਹਿਲੋਂ, ਇੱਥੇ ਪਤਾ ਲੱਗੇਗਾ ਵੀ ਕਿਹੜਾ ਅਸਲੀ ਕਾਂਗਰਸੀ ਹੈ। ਮੈਂ ਜਿਹੜੇ ਕਰਦੇ ਨੇ ਸਾਰੇ ਨੂੰ ਪਾਰਟੀ ਤੋਂ ਬਾਹਰ ਕੱਢ ਦਿਓ। ਕਢਾਓ ਭਾਜੀ। ਦੰਦ ਪਾ ਇਹ ਕੋਈ ਮਾਹੌਲ ਹੈ ਤਾਂ ਤੁਸੀਂ ਮਾਹੌਲ ਖਰਾਬ ਕਰਕੇ ਰੱਖਦੇ ਸਾਰੇ ਨੂੰ ਕਾਹਦੇ ਤੁਸੀਂ ਲੀਡਰ ਹੋ ਦੰਦ ਪਾ ਤੁਸੀਂ ਕਿੱਥੇ ਹੋ ਤੁਸੀਂ ਵੀ ਤੇ ਹੋਰ ਤੇ ਤੁਹਾਨੂੰ ਪਤਾ ਮੈਂ ਇੱਥੇ ਆਇਆ ਮੈਨੂੰ ਯਾਦ ਹੈ ਉਹ ਸਾਰੇ ਤੁਸੀਂ ਦੰਦ ਪਾਇਆ ਤੁਸੀਂ ਕੱਢ ਕੇ ਬਾਹਰ ਮਾਰੂਗੇ ਸਾਰੇ ਪਾਰਟੀ ਤੋਂ बैठो राम ने बोला चौथ टाइम को तो खाते चलो काका तुम तो खाते वो कहना ही नहीं ये कुछ स्ट्रेंजर ना तो मारो ना चलो भाई चलो भाई नेशनल लेवल पे पार्टी ਇਲੈਕਸ਼ਨਾਂ ਹੋਣ ਜਾ ਰਹੀਆਂ ਨੇ ਕਮੇਟੀਆਂ ਦੀਆਂ ਕਾਰਪੋਰੇਸ਼ਨ ਦੀਆਂ ਸੋ ਐਜ ਏ ਆਬਜ਼ਰਵਰ ਮੇਰੀ ਪਾਰਟੀ ਨੇ ਇੱਥੇ ਡਿਊਟੀ ਲਾਈ ਆ ਸੋ ਅੱਜ ਮੈਂ ਆਇਆ ਸਾਰੇ ਵਰਕਰਾਂ ਨੂੰ ਮਿਲਿਆ ਸੋ ਇਹਨਾਂ ਨੂੰ ਰਿਕੁਐਸਟ ਕੀਤੀ ਆ ਸਾਰੇ ਜਿਹੜੇ ਸਾਡੇ ਕਾਂਗਰਸ ਦੇ ਵਰਕਰਸ ਨੇ ਉਹਨਾਂ ਰਿਕੁਐਸਟ ਕੀਤੀ ਆ ਜਿਹੜੇ ਚਾਹਵਾਨ ਨੇ ਜਿਹੜੇ ਇਲੈਕਸ਼ਨ ਲੜਨਾ ਚਾਹੁੰਦੇ ਨੇ ਉਹ ਆਪਣੀਆਂ 12 ਤਰੀਕ ਤੱਕ ਐਪਲੀਕੇਸ਼ਨਾਂ ਦੇ ਦੇਣ ਸੋ ਉਹਨਾਂ 'ਤੇ ਫਿਰ ਵਿਚਾਰ ਕੀਤਾ ਜਾਊਗਾ ਜਿਹੜੇ ਸਾਡੇ ਕੈਂਡੀਡੇਟ ਬਣਨਗੇ ਬੜੀ ਸੋਚ ਸਮਝ ਕੇ ਕੈਂਡੀਡੇਟ ਬਣਾਏ ਜਾਣਗੇ ਕਿਉਂਕਿ ਬਟਾਲੇ ਦੀ ਜਿਹੜੀ ਕਾਰਪੋਰੇਸ਼ਨ ਬਣਨ ਜਾ ਰਹੀ ਹੈ ਸੋ ਸਾਡਾ ਇਹ ਬੜਾ ਇਤਿਹਾਸਕ ਸ਼ਹਿਰ ਹੈ ਬਟਾਲੇ ਦਾ ਸੋ ਇਹਦੀ ਡਿਵੈਲਪਮੈਂਟ ਪਾਰਟੀ ਕਾਂਗਰਸ ਪਾਰਟੀ ਨੇ ਪਹਿਲਾਂ ਵੀ ਬਹੁਤ ਕਰਾਈ ਹੈ ਸੋ ਹੁਣ ਵੀ ਬਹੁਤ ਡਿਵੈਲਪਮੈਂਟ ਹੋਣ ਵਾਲੀ ਹੈ ਸੋ ਕਾਂਗਰਸ ਪਾਰਟੀ ਜਿਹੜੀ ਆ ਇੱਥੇ ਆਪਣੀ ਕਾਰਪੋਰੇਸ਼ਨ ਬਣਾਏਗੀ ਸੋ ਕੰਮ ਦੀ ਤੁਸੀਂ ਗੱਲ ਕੀਤੀ ਕੰਮ ਤੇ ਬਟਾਲੇ 'ਚ ਵੀ ਬਹੁਤ ਹੋਏ ਨੇ ਇਸੇ ਸਰਕਾਰ ਦੇ ਵਿੱਚ ਦੌਰਾਨ ਪਰ ਜਿਸ ਤਰੀਕੇ ਨਾਲ ਅੱਜ ਇਹ ਹੰਗਾਮਾ ਹੋਇਆ ਸੀਨੀਅਰ ਲੀਡਰਸ਼ਿਪ ਦੇ ਸਾਹਮਣੇ ਗਾਲੋ ਗਾਲੀ ਹੋਏ ਨੇ ਨਾਅਰੇਬਾਜ਼ੀਆਂ ਕੀਤੀਆਂ ਗਈਆਂ ਨੇ ਇਹ ਤੁਹਾਨੂੰ ਲੱਗਦਾ ਕਿ ਸੀਟਾਂ ਜਿੱਤ ਪਾਣਗੀਆਂ ਮੈਂ ਤੁਹਾਨੂੰ ਦੱਸ ਰਿਹਾ ਵੇਖੋ ਮੈਂ ਵੀ ਸਭ ਕੁਝ ਵੇਖਿਆ ਕਈ ਵਾਰ ਦੋ ਭਾਂਡੇ ਜਿਹੜੇ ਨੇ ਘਰ 'ਚ ਵੀ ਖੜਕ ਪੈਂਦੇ ਨੇ ਪਰ ਇੱਥੇ ਤਾਂ ਜ਼ਿਆਦਾ ਭਾਂਡੇ ਖੜਕੇ ਜੀ ਗੱਲ ਆ ਸੋ ਇਹ ਲੋੜ ਤੋਂ ਵੱਧ ਖੜਕੇ ਨੇ ਕੋਈ ਸ਼ੱਕ ਨਹੀਂ ਪਰ ਹੁਣ ਸਾਰੇ ਇਕੱਠੇ ਵੀ ਨੇ ਤੁਹਾਨੂੰ ਧਮਕੀ ਦੇਣੀ ਪਈ ਨਹੀਂ ਧਮਕੀ ਨਹੀਂ ਮੈਂ ਰਿਕੁਐਸਟ ਹੀ ਕੀਤੀ ਆ ਮੈਂ ਹੁਣ ਵੀ ਕਹਾਂਗਾ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਆ ਵੀ ਸਾਰੇ ਪਾਰਟੀ ਵਾਸਤੇ ਇਕੱਠੇ ਹੋ ਜਾਓ ਜੇ ਪਾਰਟੀ ਦੇ ਖਿਲਾਫ ਕੋਈ ਕੰਮ ਕਰੇਗਾ ਤੇ ਉਹ 'ਤੇ ਪਾਰਟੀ ਵੱਲੋਂ ਐਕਸ਼ਨ ਜ਼ਰੂਰ ਹੋਏਗਾ ਚਾਹੇ ਕਿੰਨਾ ਵੀ ਲੀਡਰ ਹੋਏ ਪਹਿਲੋਂ ਪਾਰਟੀ ਬਟਾਲੇ ਦੀ ਧਰੇਬਾਜ਼ੀ ਖਤਮ ਹੋਣ ਦਾ ਨਾਂ ਕਿਉਂ ਨਹੀਂ ਲੈ ਰਹੀ ਜਦ ਕਿ ਵਿਕਾਸ ਦੇ ਕੰਮ ਕਰੋੜਾਂ ਦੇ ਹੋ ਰਹੇ ਆ ਸਰਕਾਰ ਵੱਲੋਂ ਕਰਵਾਏ ਜਾ ਰਹੇ ਆ ਸਾਰਿਆਂ ਨੂੰ ਰਲ ਮਿਲ ਕੇ ਕੰਮਾਂ ਦੇ ਵਿੱਚ ਸਹਿਯੋਗ ਦੇਣਾ ਚਾਹੀਦਾ ਧਰੇਬੰਦੀ ਖਤਮ ਕਿਉਂ ਨਹੀਂ ਹੁੰਦਾ ਧਰੇਬੰਦੀ ਜਿਹੜੀ ਆ ਸਾਡੀ ਉੱਪਰਲੇ ਲੈਵਲ ਤੇ ਕੋਈ ਕਾਂਗਰਸ ਪਾਰਟੀ ਦੀ ਧਰੇਬੰਦੀ ਨਹੀਂ ਜੇ ਕੋਈ ਥੋੜੀ ਬਹੁਤੀ ਬਟਾਲੇ 'ਚ ਇਹ ਤਾਂ ਤੁਹਾਨੂੰ ਵੀ ਪਤਾ ਹੀ ਬਟਾਲੇ 'ਚ ਜਿਹੜੀ ਧਰੇਬੰਦੀ ਹੈਗੀ ਆ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਸੋ ਮੇਰੀ ਇਸੇ ਕਰਕੇ ਇੱਥੇ ਡਿਊਟੀ ਲਾਈ ਆ ਮੈਨੂੰ ਇਹ ਸੇਵਾ ਇੱਥੋਂ ਦੀ ਦਿੱਤੀ ਆ ਫਿਕਰ ਨਾ ਕਰੋ ਸਾਰਾ ਕੁਝ ਠੀਕ ਹੋ ਜਾਏਗਾ ਕੋਈ ਧੜੇਬੰਦੀ ਇੱਥੇ ਰਹਿਣ ਨਹੀਂ ਦਿਆਂਗੇ ਸਾਰੇ ਭਰਾ ਬਣ ਕੇ ਇਕੱਠੇ ਹੋ ਕੇ ਇਸ ਕਾਰਪੋਰੇਸ਼ਨ ਦੀ ਇਲੈਕਸ਼ਨ ਲੜਨਗੇ ਤੁਹਾਨੂੰ ਨਹੀਂ ਲੱਗਦਾ ਕਿ ਕਾਂਗਰਸ ਦੇ ਪੇੜ ਦੇ ਵਿੱਚ ਪਹਿਲੀ ਮੀਟਿੰਗ 'ਚ ਹੀ ਤੇਜ਼ਾਬ ਪਾ ਦਿੱਤਾ ਗਿਆ ਜਿਹੜਾ ਗੱਲ ਪਤਾ ਕੀ ਆ ਤੁਸੀਂ ਮੇਰੇ ਕੋਲ ਜ਼ਰੂਰ ਪੁੱਛਣਾ ਤਾਂ ਮੈਂ ਦੱਸ ਵੀ ਦਿੰਦਾ ਵੇਖੋ ਹਰ ਪਾਰਟੀ ਦੀ ਧੜੇਬੰਦੀ ਹੈ ਇਹ ਨਹੀਂ ਵੀ ਕਾਂਗਰਸ ਪਾਰਟੀ ਦੀ ਜ਼ਿਆਦਾ ਧੜੇਬੰਦੀ ਆ ਹਰ ਪਾਰਟੀ ਦੀ ਧੜੇਬੰਦੀ ਹੁੰਦੀ ਹੈ ਨਾਲ ਪਰ ਕੋਈ ਇਹੋ ਜਿਹੀ ਗੱਲ ਨਹੀਂ ਧੜੇਬੰਦੀ ਤੋਂ ਬਾਅਦ ਰੌਲੇ ਤੋਂ ਬਾਅਦ ਫਿਰ ਇਕੱਠੇ ਹੁੰਦੇ ਨੇ ਸਾਰੇ ਸੋ ਇਹ ਇਕੱਠੇ ਹੋ ਕੇ ਇਲੈਕਸ਼ਨ ਲੜਨਗੇ ਕੋਈ ਤੁਹਾਨੂੰ ਤੁਸੀਂ ਵੇਖਿਓ ਤੁਸੀਂ ਵੀ ਇੱਥੋਂ ਅਸੀਂ ਵੀ ਇੱਥੇ ਆ ਮੈਂ ਵੀ ਇੱਥੇ ਰਹਿਣਾ ਤੁਹਾਡੇ 'ਚ ਇਹ ਇਕੱਠੇ ਹੋ ਕੇ ਇਲੈਕਸ਼ਨ ਲੜ ਕੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਨਮਾਈ 'ਚ ਸਾਡੇ ਪ੍ਰਧਾਨ ਜੀ ਜਾਖੜ ਜੀ ਦੀ ਰਹਿਨਮਾਈ 'ਚ ਸੋ ਮੈਂ ਵੀ ਸੇਵਾਦਾਰ ਇੱਥੇ ਆਇਆ ਸੋ 50 ਦੀਆਂ 50 ਸੀਟਾਂ ਜਿਹੜੀਆਂ ਨੇ ਕੌਂਸਲਾਂ ਦੀਆਂ ਉਹ ਕਾਂਗਰਸ ਪਾਰਟੀ ਇੱਥੇ ਜਿੱਤੂਗੀ ਇਹਨਾਂ ਦੇ ਸਾਰਿਆਂ ਦੀ ਉਮੀਦ ਕਰੀਏ ਕਿ ਇਲੈਕਸ਼ਨ ਦੇ ਵਿੱਚ ਇਦਾਂ ਦੀ ਫਿਲਮ ਫਿਰ ਦੇਖਣ ਨੂੰ ਨਹੀਂ ਮਿਲੇਗੀ ਨਹੀਂ ਹੁਣ ਨਹੀਂ ਮਿਲੇਗੀ ਤੁਹਾਨੂੰ ਇਹਨਾਂ ਜਿਹੜਾ ਚਾਅ ਲਾ ਲਿਆ ਹੁਣ ਇੱਕ ਵਾਰ ਹੀ ਹੁੰਦਾ ਦੂਜਾ ਤੁਸੀਂ ਵੇਖ ਹੀ ਲਿਆ ਮੇਰੇ ਵੱਲੋਂ ਵੀ ਥੋੜ੍ਹਾ ਜਿਹਾ ਤੁਸੀਂ ਵੇਖ ਲਿਆ
ਸੋ ਗੱਲ ਆ ਵੀ ਇਹਨਾਂ ਚਾਅ ਲਾ ਲਿਆ। ਅੱਜ ਮੈਂ ਵੀ ਇਹਨਾਂ ਨੂੰ ਆਖਿਆ ਚਾਅ ਲਾ ਲਓ, ਕੋਈ ਨਹੀਂ, ਗੁੱਸਾ ਗਾਸਾ ਜਿਹੜਾ ਪੁਰਾਣਾ ਹੈਗਾ ਤੁਸੀਂ ਕੱਢ ਲਓ, ਕੋਈ ਗੱਲ ਨਹੀਂ। ਸੋ ਮੈਂ ਵੀ 10 ਮਿੰਟ ਵੇਖਦਾ ਰਿਹਾ ਨਾ, ਗੁੱਸਾ ਕੱਢ ਲਿਆ ਆਪਣਾ। ਹੁਣ ਇਹਨਾਂ ਆਪ ਹੀ ਕਹਿ ਦਿੱਤਾ ਨਾ, ਕੋਈ ਗੱਲ ਨਹੀਂ, ਅਸੀਂ ਠੀਕ ਆ ਸਾਰੇ, ਇਹ ਠੀਕ ਹੀ ਰਹਿਣਗੇ। ਸੇਠ ਜੀ ਕੀ ਗੱਲ ਆ, ਕੁਝ ਦਿਨ ਪਹਿਲਾਂ ਜੱਫੀਆਂ ਤੇ ਮਠਿਆਈਆਂ ਤੇ ਹੁਣ ਲੜਾਈਆਂ? ਇਹ ਦੇਖੋ ਮੇਰੀ ਗੱਲ ਸੁਣੋ, ਸਾਡਾ ਕਿਹੜਾ ਝਗੜਾ ਨਹੀਂ ਹੈਗਾ। ਇੱਕ ਸ਼ਰਾਰਤੀ ਬੰਦਾ ਹੈਗਾ, ਪਤਾ ਨਹੀਂ ਕੀ ਨਾਂ ਉਹਦਾ, ਜਿਹੜਾ ਇੱਥੇ ਬੋਲਣ ਡਿਆ ਸੀਗਾ, ਉਹਨੂੰ ਪਿਛਲੀ ਵਾਰੀ 100 ਵੋਟ ਨਹੀਂ ਸੀ ਪਈ ਕਾਂਗਰਸ ਦੇ ਚੁਣਾਵ ਦੇ ਉੱਤੇ, ਤੇ ਮੇਰੇ ਚੁਣਾਵ 'ਚ ਉਹਨੇ ਬੜੀ ਕਾਂਗਰਸ ਦੀ ਮੁਖਾਲਫਤ ਕੀਤੀ, ਜਗ੍ਹਾ ਜਗ੍ਹਾ ਜਾ ਕੇ ਸਾਡੇ ਖਿਲਾਫ ਵੋਟਾਂ ਪਾਈਆਂ ਔਰ ਪੂਰਾ ਉਹਨੂੰ ਕਾਂਗਰਸ ਤੋਂ ਐਕਸਪੈਲ ਕਰ ਦਿੱਤਾ ਗਿਆ। ਠੀਕ ਹੈ, ਉਦੋਂ ਹੀ ਜਦੋਂ ਉਹਨੇ ਕਾਂਗਰਸ ਦੀ ਮੁਖਾਲਫਤ ਕੀਤੀ ਸੀ। ਅੱਜ ਉਹ ਸਟੇਜ ਤੇ ਬੈਠਾ ਸੀ, ਅਸੀਂ ਸਾਰੇ ਸੀਨੀਅਰ ਵਰਕਰ ਜਿਹੜੇ ਅਜੇ ਮਾਰੇ ਜਿਹੜੇ ਬਹੁਤ ਸੀਰੀਅਸ ਲੋਕ ਸਾਰੇ ਥੱਲੇ ਬੈਠੇ ਸੀ। ਮੇਰੇ ਮਨ 'ਚ ਥੋੜ੍ਹਾ ਜਿਹਾ ਇਹ ਚੀਜ਼ ਦਾ ਗੁੱਸਾ ਸੀ ਕਿ ਜਿਹੜੇ ਲੋਕਾਂ ਨੇ ਕਾਂਗਰਸ ਪਾਰਟੀ ਲਈ ਰਾਤ ਦਿਨ ਕੀਤਾ, ਰਾਤ ਸਰਦੀਆਂ 'ਚ ਬੰਦੇ ਸੁੱਤੇ ਨਹੀਂ ਕਈ ਦਿਨ, ਉਹ ਬੰਦੇ ਦੇ ਥੱਲੇ ਬੈਠੇ ਆ, ਤੇ ਉਹ ਬੰਦਾ ਜਿਹਨੇ ਕਾਂਗਰਸ ਦੀ ਪੇਟ 'ਚ ਛੁਰਾ ਕੋਪਿਆ, ਉਹ ਬੰਦਾ ਉੱਪਰ ਬੈਠਾ। ਫਿਰ ਗੁੱਸਾ ਤਾਲਿਬਾਨੀ ਸੋਚਣਾ ਤਾਂ ਨਹੀਂ? ਸੁਣਤ ਲੋ ਗੱਲ, ਗੁੱਸਾ ਤਾਲਿਬਾਨੀ ਸੁਣਤ ਲੋ ਗੱਲ। ਹੁਣ ਜਦੋਂ ਅਸੀਂ ਭਾਸ਼ਣ ਕਰ ਰਹੇ ਸੀ, ਅਸੀਂ ਤਾਂ ਗੱਲ ਕਰ ਰਹੇ ਸੀ ਪਾਰਟੀ ਦੇ ਸਾਂਝੇਵਾਦ ਦੀ, ਉਹਨੂੰ ਜਾਣ ਕੇ ਬੁਲਾਇਆ ਗਿਆ। ਉਹ ਬੁਲਾਇਆ ਤਾਲਿਬਾਨੀ ਸੋਚ ਨਹੀਂ ਹੈ, ਹੋਰ ਕਿਸੇ ਨੇ ਨਹੀਂ ਬੁਲਾਇਆ। ਅਸੀਂ ਕਾਂਗਰਸ ਵਿੱਚ ਕਾਂਗਰਸੀ ਹੈਗੇ ਹਾਂ, ਤੇ ਕਾਂਗਰਸ ਦਾ ਤਾਲਿਬਾਨਿਜ਼ਮ ਅਸੀਂ ਕਰਨ ਨਹੀਂ ਦੇਣਾ। ਤੇ ਜੇ ਅਸੀਂ ਹੁਣ ਵੀ ਸੁਣ ਲਈਏ ਤੇ ਫਿਰ ਇਹ ਪੰਜਾਬੀਆਂ ਦੀ ਗੈਰਤ ਦੇ ਖਿਲਾਫ ਹੋਏਗਾ। ਇਲੈਕਸ਼ਨਾਂ ਦਾ ਕੀ ਕਹੋਗੇ ਫਿਰ ਆਉਣ ਵਾਲੇ, ਜੇ ਇਦਾਂ ਹੀ ਫੁੱਟਬਾਜੀ ਨਜ਼ਰ ਆਈ? ਕੋਈ ਫੁੱਟਬਾਜੀ ਨਹੀਂ ਹੈ। ਕਾਂਗਰਸ ਪਾਰਟੀ ਜਿਹੜੀ ਆ, ਇੰਡੀਅਨ ਨੈਸ਼ਨਲ ਕਾਂਗਰਸ ਦੇ ਚੁਣਾਵ ਝੰਡੇ ਥੱਲੇ ਚੁਣਾਵ ਲੜੇਗੀ। ਜਿਹਨੂੰ ਪਾਰਟੀ ਟਿਕਟ ਦੇਗੀ, ਮੈਂ ਸਟੇਜ ਤੇ ਕਿਹਾ ਮੈਂ ਉਹਦੀ ਮਦਦ ਕਰਾਂਗਾ, ਪੂਰੀ ਮਦਦ ਕਰਾਂਗਾ। ਗੱਲ ਕੀਤੀ ਮੈਂ ਸਿਰਫ ਸੋਚ ਦੀ ਗੱਲ ਕਰ ਰਿਹਾ ਕਿ ਇੱਕ ਤਾਲਿਬਾਨੀ ਸੋਚ ਕੀ ਚੀਜ਼, ਕਿ ਵੀ ਆਪਣੀ ਅਥਾਰਟੀ ਨੂੰ ਮਿਸਯੂਜ਼ ਕਰਕੇ ਬੰਦਿਆਂ ਨੂੰ ਦਬਾ ਕੇ ਉੱਤੇ ਰਾਜ ਕਰਨ ਦੀ ਗੱਲ ਕਰਨੀ, ਉਹ ਗੱਲ ਠੀਕ ਨਹੀਂ ਹੈ। ਕਾਂਗਰਸ ਪਾਰਟੀ ਡੈਮੋਕ੍ਰੇਸੀ ਵਿਚਾਰਧਾਰਾ ਦੀ ਪਾਰਟੀ ਹੈ। ਤੁਸੀਂ ਆਪਣੇ ਵਿਚਾਰ ਰੱਖੋ, ਅਸੀਂ ਆਪਣੇ ਵਿਚਾਰ ਰੱਖੋ, ਜਿਹੜੀ ਗੱਲ ਸਹੀ ਹੈ, ਜਿਹੜੀ ਲੋਕਾਂ ਲਈ ਬੈਨੀਫਿਟ, ਉਹ ਕਰੀਏ। ਇਹ ਨਹੀਂ ਹੋਣਾ ਚਾਹੀਦਾ ਕਿ ਕਿਉਂਕਿ ਮੈਂ ਅੱਜ ਜਿੱਤ ਕੇ ਕੁਰਸੀ ਤੇ ਬੈਠਾ ਤੇ ਮੇਰੀ ਅਥਾਰਟੀ ਹੈ। ਜੇ ਇੱਥੇ ਉਦਘਾਟਨ ਹੋਣੇ ਨੇ ਤੇ ਘੱਟੋ ਘੱਟ ਕਾਂਗਰਸ ਦੇ ਜਿਹੜੇ ਲੀਡਰ ਉਹਨਾਂ ਨੂੰ ਤਾਂ ਸੱਦਿਆ ਜਾਵੇ। ਦੱਸਦੇ ਨੇ ਚੋਰੀ ਉਦਘਾਟਨ ਹੋ ਰਹੇ ਨੇ, ਉਹ ਠੀਕ ਨਹੀਂ ਹੈ। ਗੱਲ ਨਾਲ ਇਲੈਕਸ਼ਨ ਨਹੀਂ ਲੜ ਰਹੀ ਜਾਂ ਭਾਜਪਾ ਦੇ ਖਿਲਾਫ ਨਹੀਂ ਲੜ ਰਹੀ ਹੈਗੀ, ਸ਼ਾਇਦ ਇਹਨਾਂ ਨੇ ਆਪਸ ਵਿੱਚ ਇਲੈਕਸ਼ਨ ਲੜਨੀ ਹੈਗੀ ਆ। ਔਰ ਬੜਾ ਹੀ ਸ਼ਰਮਨਾਕ ਸੀਗਾ ਜਿਸ ਤਰ੍ਹਾਂ ਦੀ ਤੁਹਾਡੇ ਦੂਜੇ ਦਾ ਜਿੱਥੇ ਪ੍ਰਦਰਸ਼ਨ ਹੋਇਆ ਵਾ, ਮੈਨੂੰ ਵੇਖ ਕੇ ਬੜੀ ਸ਼ਰਮ ਆਈ। ਕਾਂਗਰਸੀ ਹੋਣ ਦੇ ਨਾਤੇ ਮੈਨੂੰ ਇਹ ਚੰਗਾ ਨਹੀਂ ਲੱਗਾ ਵੀ ਜੋ ਹੋ ਰਿਹਾ ਬਹੁਤ ਮਾੜਾ ਹੋ ਰਿਹਾ, ਔਰ ਸ਼ਹਿਰ ਦੀ ਕਾਂਗਰਸ ਦੇ ਵਾਸਤੇ ਬਹੁਤ ਹੀ ਬੁਰਾ ਹੈ। ਦਾਅਵੇ ਤੇ ਫਿਰ ਕੀਤਾ ਜਾ ਰਿਹਾ ਕਿ ਵੱਡੀ ਤਾਦਾਦ 'ਚ ਸੀਟਾਂ ਲੈ ਕੇ ਜਿੱਤਾਂਗੇ। ਚਲੋ ਠੀਕ ਆ, ਜੇ ਧੜੇਬੰਦੀ ਖਤਮ ਕਰ ਲੈਣਗੇ ਔਰ ਇੱਕੋ ਹੋ ਕੇ ਇਲੈਕਸ਼ਨ ਲੜਨਗੇ ਤੇ ਸ਼ਾਇਦ ਜਿੱਤ ਵੀ ਸਕਦੇ ਹੈਗੇ। ਕੀ ਸਮਝਦੇ ਹੋ? ਮੈਂ ਸਮਝਦਾ ਹਾਂ ਵੀ ਪਾਰਟੀ ਦੇ ਵਿੱਚ ਬਹੁਤ ਕੁਝ ਹੁੰਦਾ ਔਰ ਆਪਸ 'ਚ ਲੜਾਈ ਝਗੜੇ ਵੀ ਹੋ ਜਾਂਦੇ ਆ, ਕਿਉਂਕਿ ਕਲੇਮੈਂਟ ਸਾਰੇ ਹੁੰਦੇ ਨੇ ਆਪਣੀ ਆਪਣੀ ਅਹੁਦੇ ਦੇ, ਸੀਟਾਂ ਦੇ। ਇਸ ਕਰਕੇ ਆਪਾਂ ਕਲੇਮ ਕਰਨਾ ਕੋਈ ਮਾੜੀ ਗੱਲ ਨਹੀਂ। ਬਾਕੀ ਥੋੜ੍ਹਾ ਜਿਹਾ ਹੋਇਆ ਵਾ, ਇਹ ਨਹੀਂ ਹੋਣਾ ਚਾਹੀਦਾ, ਮੰਦਭਾਗੀ ਗੱਲ ਆ, ਲੇਕਿਨ ਫਿਰ ਵੀ ਕੋਈ ਏਡੀ ਵੱਡੀ ਗੱਲ ਇਹਨੂੰ ਨਹੀਂ ਸਮਝਣਾ ਚਾਹੀਦਾ ਔਰ ਆਪਸ 'ਚ ਬਹਿ ਕੇ ਮੁੱਕ ਜਾਏ। ਬਿਲਕੁਲ ਵਰਕਰਾਂ ਦੇ ਉੱਤੇ ਬਹੁਤ ਮਾੜਾ ਅਸਰ ਪੈਂਦਾ, ਇਹ ਕਦੇ ਨਹੀਂ ਹੋਣਾ ਚਾਹੀਦਾ। ਜਦੋਂ ਕਿ ਸੋਨੀ ਸਾਹਿਬ ਉੱਥੇ ਮੌਜੂਦ ਸਨ, ਉਹਨਾਂ ਸਾਰਾ ਕੁਝ ਵੇਖਿਆ, ਤੇ ਉਹ ਉੱਤੇ ਹਾਈ ਕਮਾਂਡ ਨੂੰ ਉਹ ਗੱਲ ਪਹੁੰਚਾਉਣਗੇ। ਜਿਹੜਾ ਵੀ ਦੋਸ਼ੀ ਹੋਏਗਾ ਹਾਈ ਕਮਾਂਡ ਵੇਖ ਕੇ ਉਹਨੂੰ ਸਜ਼ਾ ਦੇਵੇਗੀ। ਤੁਹਾਡੇ ਵੱਲੋਂ ਵੀ ਕੋਈ ਲਿਖਤੀ ਸ਼ਿਕਾਇਤ ਕੀਤੀ ਜਾਏਗੀ ਹਾਈ ਕਮਾਂਡ? ਬਿਲਕੁਲ ਜੀ, ਬਿਲਕੁਲ। ਅਸੀਂ ਹਾਈ ਕਮਾਂਡ ਨੂੰ ਸੋਨੀ ਸਾਹਿਬ ਨੂੰ ਹੁਣ ਵੀ ਦੱਸ ਕੇ ਆਏ ਹਾਂ, ਤੇ ਹੋਰ ਜਿੱਦਾਂ ਉਹ ਕਹਿਣਗੇ ਪ੍ਰਧਾਨ ਸਾਹਿਬ ਨੂੰ ਅਸੀਂ ਲਿਖ ਕੇ ਸ਼ਿਕਾਇਤ ਕਰਾਂਗੇ। ਸਾਨੂੰ ਸਭਾ ਦੇ ਵਿੱਚ ਇਹਨਾਂ ਨੇ ਗਾਲਾਂ ਕੱਢੀਆਂ ਨੇ। ਤੁਹਾਡਾ ਤਜਰਬਾ ਕੀ ਕਹਿੰਦਾ ਇਹਨੇ ਸਾਨੂੰ? ਮੇਰਾ ਤਜਰਬਾ, ਮੈਂ ਸ਼ੁਨੀ ਸੇਖੜੀ ਦੇ ਪਿਤਾ ਜੀ ਨਾਲ ਸੰਨ 71 ਦੇ ਤੋਂ ਲੱਗਾ ਹਾਂ। ਅੱਜ ਤੱਕ ਮੈਂ ਆਪਣੀ ਪਾਰਟੀ ਦੇ ਵਿੱਚ ਰਿਹਾ ਹਾਂ। ਮੈਂ ਐਉਂ ਦੇ ਐਉਂ ਨਹੀਂ ਹੋਇਆ, ਭਾਵੇਂ ਜਿੰਨੇ ਮਰਜ਼ੀ ਲੋਕ ਗਏ ਹੋਣਗੇ। ਮੈਂ ਕਿਹਾ ਜੀ ਮੈਂ ਇੱਕੋ ਪਾਰਟੀ ਦੇ ਵਿੱਚ ਆ, ਇੱਥੇ ਹੀ ਰਹਿਣਾ। ਮੈਂ ਹੱਲਾ ਗੁੱਲਾ ਵੇਖਿਆ ਕਦੀ ਆਪਣੇ? ਨਹੀਂ, ਮੈਂ ਨਹੀਂ ਵੇਖਿਆ। ਇਹ ਠੀਕ ਆ, ਨਾਅਰੇਬਾਜ਼ੀਆਂ ਹੁੰਦੀਆਂ ਹੋਈਆਂ ਜਦੋਂ ਟਿਕਟਾਂ ਦੀ ਵਾਰੀ ਆਉਂਦੀ ਸੀਗੀ, ਨਾਅਰੇਬਾਜ਼ੀਆਂ MLA ਦੀਆਂ ਟਿਕਟਾਂ 'ਚ ਹੁੰਦੀਆਂ ਸੀ, ਮਗਰ MC ਦਾ ਟਿਕਟਾਂ ਦੇ ਵਿੱਚ ਅੱਜ ਤੱਕ ਇਹੋ ਜਿਹੀ ਨਾਅਰੇਬਾਜ਼ੀ ਨਹੀਂ ਹੋਈ ਤੇ ਨਾ ਹੋਣੀ ਚਾਹੀਦੀ ਸੀਗੀ। ਮੈਂ ਤੇ ਆਪਣੀ ਪਾਰਟੀ ਨੂੰ ਭੇਜਾਂਗਾ, ਬਾਜਵਾ ਸਾਹਿਬ ਸਾਡੇ ਲੀਡਰ ਆ, ਉਹਨਾਂ ਨੂੰ ਦਾਂਗਾ। ਇੱਥੇ ਇਹ ਗੱਲ ਜਿੰਨੀ ਵੀ ਹੋਈ ਆ ਮਾੜੀ ਹੋਈ ਆ, ਮਗਰ ਲੀਡਰਾਂ ਨੂੰ ਜਿਹੜਾ ਵਾ ਸੋਚਣਾ ਚਾਹੀਦਾ ਗੱਲ ਕਰਨ ਦੇ ਵਿੱਚ।